ਧੰਨ ਵਾਹਿਗੁਰੂ ਸਾਹਿਬ ਜੀ। ਕਬੀਰ ਡਗਮਗ ਕਿਆ ਕਰੇ, ਕਹਾਂ ਡੁਲਾਵੈ ਜੀਓ। ਸਰਬ ਸੁਖ ਕੋ ਨਾਇਕੋ, ਰਾਮ ਨਾਮ ਰਸ ਪੀਓ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਭਗਤ ਕਬੀਰ ਜੀ ਦੇ 1364 ਅੰਗ ਤੋਂ ਲੈ ਕੇ 1377 ਅੰਗ ਤੱਕ 243 ਸ਼ਲੋਕ ਸੁਸ਼ੋਭਿਤ ਹਨ। 1373 ਅੰਗ ਤੇ ਵਿਚਾਰ ਹੋਈ। 1374 ਅੰਗ ਤੇ ਵਿਚਾਰ ਕਰੀਏ। ਸਤਿਗੁਰੂ ਜੀ ਆਪ ਹੀ ਮਿਹਰ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬੀਰਾ ਧੁਰ ਸਕੇਲ ਕੈ, ਪੁਰਿਆ ਬਾਂਧੀ ਦੇਹ। ਦਿਵਸ ਚਾਰ ਕੋ ਪੇਖਨਾ, ਅੰਤ ਖੇਹ ਕੀ ਖੇਹ। ਕਬੀਰ ਜੀ ਕਹਿੰਦੇ ਹਨ, ਪਰਮਾਤਮਾ ਨੇ ਪੰਜ ਤੱਤਾਂ ਦਾ ਮੇਲ ਕਰਕੇ ਇਹ ਸਰੀਰ ਦੀ ਨਗਰੀ ਨੂੰ ਬਣਾਇਆ ਹੈ। ਇਹ ਸਰੀਰ 4 ਦਿਨ ਦਾ ਤਮਾਸ਼ਾ ਹੈ, ਖੇਡ ਹੈ। ਫਿਰ ਅੰਤ ਨੂੰ ਇਹ ਮਿੱਟੀ ਦੀ ਮਿੱਟੀ ਹੀ ਹੈ। ਕਬੀਰ ਸੂਰਜ ਚਾਂਦ ਕੈ, ਉਦੈ ਭਈ ਸਭ ਦੇਹ। ਗੁਰ ਗੋਬਿੰਦ ਕੇ ਬਿਨ ਮਿਲੇ, ਪਲਟ ਭਈ ਸਭ ਖੇਹ। ਕਬੀਰ ਜੀ ਕਹਿੰਦੇ ਹਨ, ਸੂਰਜ ਚੰਦ ਦੇ ਚੜ੍ਹਨ ਵਾਂਗੂ ਇਹ ਦੇਹਾਂ ਹੁੰਦੀਆਂ ਹਨ। ਜਿਸ ਤਰ੍ਹਾਂ ਸੂਰਜ ਤੇ ਚੰਦ ਆਪਣਾ ਦਿਨ ਰਾਤ ਦਾ ਸਮਾਂ ਬਤੀਤ ਕਰਕੇ ਛਿਪ ਜਾਂਦੇ ਹਨ, ਇਸ ਤਰ੍ਹਾਂ ਹੀ ਜੇਕਰ ਗੁਰੂ ਪਰਮਾਤਮਾ ਦਾ ਮਿਲਾਪ ਨਾ ਹੋਵੇ ਤਾਂ ਇਹ ਸਰੀਰ ਮੁੜ ਕੇ ਫਿਰ ਮਿੱਟੀ ਹੋ ਜਾਂਦੇ ਹਨ। ਜਹ ਅਨਭਉ ਤਹ ਭੈ ਨਹੀਂ, ਜਹ ਭੈ ਤਹ ਹਰ ਨਾਹੀਂ। ਕਹੋ ਕਬੀਰ ਵਿਚਾਰ ਕੈ, ਸੰਤ ਸੁਨੋ ਮਨ ਮਾਹੀ। ਕਬੀਰ ਜੀ ਕਹਿੰਦੇ ਹਨ, ਜਿੱਥੇ ਪਰਮਾਤਮਾ ਦਾ ਗਿਆਨ ਹੋਵੇ ਉੱਥੇ ਮੌਤ ਜੰਮਾ ਦਾ ਡਰ ਨਹੀਂ ਹੁੰਦਾ, ਪਰੰਤੂ ਜਿਸ ਹਿਰਦੇ ਵਿੱਚ ਮੌਤ ਆਦਿਕ ਦਾ ਡਰ ਹੋਵੇ ਉੱਥੇ ਪਰਮਾਤਮਾ ਨਹੀਂ ਹੈ। ਕਬੀਰ ਜੀ ਕਹਿੰਦੇ ਹਨ, ਇਹ ਗੱਲ ਮੈਂ ਸੋਚ ਸਮਝ ਕੇ ਆਖੀ ਹੈ। ਹੇ ਸੰਤ ਜਨੋ, ਤੁਸੀਂ ਇਸ ਨੂੰ ਮਨ ਲਾ ਕੇ ਸੁਣੋ। ਕਬੀਰ ਜਿਨੋ ਕਿਛੂ ਜਾਣਿਆ ਨਹੀਂ, ਤਿਨ ਸੁਖ ਨੀਂਦ ਬਿਹਾਏ। ਹਮੋ ਜੋ ਬੂਝਾ ਬੂਝਨਾ, ਪੂਰੀ ਪਰੀ ਬਲਾਏ। ਜਿਨ੍ਹਾਂ ਨੇ ਪਰਮਾਤਮਾ ਦੇ ਰਸਤੇ ਨੂੰ ਥੋੜਾ ਵੀ ਨਹੀਂ ਜਾਣਿਆ, ਉਹਨਾਂ ਦੀ ਸੁਖ ਨਾਲ ਬੇਫਿਕਰ ਹੋ ਕੇ ਸੋ ਕੇ ਰਾਤ ਬੀਤਦੀ ਹੈ। ਪਰ ਮੈਂ ਜੋ ਇਹ ਗੱਲ ਸਮਝ ਲਈ ਹੈ ਕਿ ਪ੍ਰਭੂ ਮਿਲਾਪ ਤੋਂ ਬਿਨਾ ਇਹ ਦੇਹ ਅੰਤ ਨੂੰ ਮਿੱਟੀ ਨਾਲ ਮਿਲ ਕੇ ਮਿੱਟੀ ਹੋ ਜਾਣੀ ਹੈ, ਇਹ ਪੂਰੀ ਵਿਪਤਾ ਪੈ ਗਈ ਹੈ। ਕਬੀਰ ਮਾਰੇ ਬਹੁਤ ਪੁਕਾਰਿਆ, ਪੀਰ ਪੁਕਾਰੈ ਔਰ। ਲਾਗੀ ਚੋਟ ਮਰਮ ਕੀ, ਰਹੋ ਕਬੀਰਾ ਠੌਰ। ਕਬੀਰ ਜੀ ਕਹਿੰਦੇ ਹਨ, ਜਦ ਕਿਸੇ ਨੂੰ
ਮਾਰ ਪਵੇ ਤਾਂ ਉਹ ਬਹੁਤ ਵਾਵਲੇ ਕਰਦਾ ਹੈ, ਅਰ ਪਿੱਛੋਂ ਉਸ ਮਾਰ ਦੀ ਪੀੜ ਨਾਲ ਉਹ ਬਹੁਤ ਕੁਰਲਾਉਂਦਾ ਹੈ। ਪਰੰਤੂ ਮੈਨੂੰ ਨਰਮ ਹਿਰਦੇ ਨੂੰ ਵਿੰਨ ਜਾਣ ਵਾਲੀ ਗੁੰਝੀ ਚੋਟ ਗੁਰੂ ਸ਼ਬਦ ਦੀ ਲੱਗੀ ਹੈ, ਜਿਸ ਨਾਲ ਮੈਂ ਥਾਂ ਤੇ ਹੀ ਰਹਿ ਗਿਆ ਹਾਂ, ਪੁਕਾਰਨ ਜਾਂ ਹਿੱਲਣ ਜੋਗਾ ਨਹੀਂ ਹਾਂ। ਕਬੀਰ ਚੋਟ ਸੁਹੇਲੀ ਸੇਲ ਕੀ, ਲਾਗਤ ਲਏ ਊਸਾਸ, ਚੋਟ ਸਹਾਰੈ ਸ਼ਬਦ ਕੀ, ਤਾਸ ਗੁਰੂ ਮੈਂ ਦਾਸ। ਕਬੀਰ ਜੀ ਕਹਿੰਦੇ ਹਨ, ਬਰਛੇ ਦੀ ਸੱਟ ਸਹਾਰਨੀ ਸੌਖੀ ਹੈ, ਜਿਸ ਦੇ ਵੱਜਣ ਨਾਲ ਘੱਟੋ ਘੱਟ ਸਾਹ ਤਾਂ ਆ ਜਾਂਦੇ ਹਨ, ਪਰ ਜਿਹੜਾ ਗੁਰੂ ਸ਼ਬਦਾਂ ਦੀ ਸੱਟ ਨੂੰ ਸਹਾਰ ਲਵੇ, ਮੈਂ ਉਸਦੇ ਗੁਰੂ ਦਾ ਦਾਸ ਹਾਂ। ਅਰਥਾਤ ਬਰਛੇ ਦੀ ਚੋਟ ਨਾਲੋਂ ਗੁਰੂ ਸ਼ਬਦ ਦੀ ਚੋਟ ਸਹਾਰਨੀ ਬੜੀ ਕਠਿਨ ਹੈ। ਕਬੀਰ ਮੁੱਲਾ ਮੁਨਾਰੇ ਕਿਆ ਚੜ੍ਹੇ, ਸਾਈਂ ਨਾ ਬਹਿਰਾ ਹੋਏ, ਜਾ ਕਾਰਨ ਤੂੰ ਬਾਂਗ ਦੇ, ਦਿਲ ਹੀ ਭੀਤਰ ਜੋਏ। ਕਬੀਰ ਜੀ ਕਹਿੰਦੇ ਹਨ, ਹੇ ਮੁੱਲਾ, ਤੂੰ ਉੱਚੇ ਮੁਨਾਰੇ ਬਾਂਗ ਦੇਣ ਵਾਸਤੇ ਕਿਉਂ ਚੜ੍ਹਦਾ ਹੈ? ਮਾਲਕ ਬਾਂਗ ਸੁਣਨ ਵਾਲਾ ਬੋਲਾ ਨਹੀਂ। ਜਿਸ ਵਾਸਤੇ ਤੂੰ ਬਾਂਗ ਦੇਨਾ ਹੈ, ਉਸ ਨੂੰ ਤੂੰ ਆਪਣੇ ਅੰਦਰ ਵੇਖ ਪਛਾਣ। ਸੇਖ ਸਬੂਰੀ ਬਾਹਰਾ, ਕਿਆ ਹਜ ਕਾਬੇ ਜਾਏ, ਕਬੀਰ ਜਾ ਕੀ ਦਿਲ ਸਾਬਤ ਨਹੀਂ, ਤਾਂ ਕੋ ਕਹਾਂ ਖੁਦਾਏ। ਹੇ ਸੇਖ ਵਿਦਵਾਨ ਸੱਜਣ, ਜੇਕਰ ਹਿਰਦੇ ਅੰਦਰ ਸਬਰ ਸੰਤੋਖ ਨਹੀਂ ਹੈ, ਤਾਂ ਹਜ ਕਾਬੇ ਕਿਸ ਵਾਸਤੇ ਜਾਣਾ ਹੈ? ਕਬੀਰ ਜੀ ਕਹਿੰਦੇ ਹਨ, ਜਿਸ ਦਾ ਹਿਰਦਾ ਸ਼ਾਂਤ ਨਹੀਂ, ਉਸ ਨੂੰ ਰੱਬ ਕਿੱਥੇ? ਅਰਥਾਤ ਆਪਣੇ ਹਿਰਦੇ ਦੀ ਸ਼ਾਂਤੀ ਤੋਂ ਬਿਨਾ ਰੱਬ ਨਹੀਂ ਮਿਲਦਾ। ਕਬੀਰ ਅੱਲ੍ਹ ਕੀ ਕਰ ਬੰਦਗੀ, ਜਹ ਸਿਮਰਤ ਦੁਖ ਜਾਏ, ਦਿਲ ਮਹਿ ਸਾਈਂ ਪ੍ਰਗਟੈ, ਬੂਝੈ ਬਲੰਤੀ ਨਾਏ। ਹੇ ਕਬੀਰ, ਤੂੰ ਰੱਬ ਦੀ ਬੰਦਗੀ ਕਰ, ਜਿਸ ਦੇ ਸਿਮਰਨ ਕਰਕੇ ਦੁੱਖ ਦੂਰ ਹੋ ਜਾਂਦਾ ਹੈ ਅਤੇ ਹਿਰਦੇ ਅੰਦਰ ਹੀ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ, ਜਿਸ ਨਾਲ ਤ੍ਰਿਸ਼ਨਾ ਦੀ ਅੱਗ ਦਾ ਭਾਂਬੜ ਉਸ ਦਾ ਨਾਮ ਲੈਣ ਕਰਕੇ ਬੁਝ ਜਾਂਦਾ ਹੈ। ਕਬੀਰ ਜੋਰੀ ਕੀਏ ਜ਼ੁਲਮ ਹੈ, ਕਹਿਤਾ ਨਾਉ ਹਲਾਲ, ਦਫ਼ਤਰ ਲੇਖਾ ਮੰਗੀਐ, ਤਬ ਹੋਏਗੋ ਕੌਣ ਹਵਾਲ। ਕਬੀਰ ਜੀ ਕਹਿੰਦੇ ਹਨ, ਜ਼ੋਰ ਨਾਲ ਕਿਸੇ ਉੱਤੇ ਧੱਕਾ ਕਰਕੇ ਉਸ ਨੂੰ ਹਲਾਲ ਕਰਨਾ, ਇਸ ਗੱਲ ਦਾ ਜਦੋਂ ਦਰਗਾਹ ਵਿੱਚੋਂ ਹਿਸਾਬ ਹੋਏਗਾ ਤਾਂ ਫਿਰ ਤੇਰਾ ਕੀ ਹਾਲ ਹੋਏਗਾ? ਜੀਵ ਉੱਤੇ ਜ਼ੁਲਮ ਕੀਤੇ ਦਾ ਲੇਖਾ ਦੇਣਾ ਪਵੇਗਾ। ਕਬੀਰ ਖੂਬ ਖਾਣਾ ਖਿਚੜੀ, ਜਾ ਮਹਿ ਅੰਮ੍ਰਿਤ ਲੋਨ, ਹੀਰਾ ਰੋਟੀ ਕਾਰਨੇ,
ਗਲਾ ਕਟਾਵੈ ਕੌਣ। ਕਬੀਰ ਜੀ ਕਹਿੰਦੇ ਹਨ, ਖਿਚੜੀ, ਚਾਵਲ ਤੇ ਦਾਲ ਇਕੱਠੇ ਕਰਕੇ ਰਿੰਨੇ ਹੋਣ ਦਾ ਖਾਣਾ ਬਹੁਤ ਚੰਗਾ ਹੈ, ਜਿਸ ਵਿੱਚ ਸਵਾਦਲਾ ਲੂਣ ਹੁੰਦਾ ਹੈ। ਮਾਸ ਨਾਲ ਰੋਟੀ ਖਾਣ ਵਾਸਤੇ ਦੂਸਰੇ ਜੀਆਂ ਨੂੰ ਮਾਰਨਾ ਅਤੇ ਫਿਰ ਇਸ ਦੀ ਸਜ਼ਾ ਭੁਗਤਣ ਵਾਸਤੇ ਆਪਣਾ ਗਲਾ ਕੌਣ ਕਟਾਵੇ। ਮੈਨੂੰ ਇਹ ਗੱਲ ਪ੍ਰਵਾਨ ਨਹੀਂ। ਨਾ ਮੈਂ ਦੂਸਰਿਆਂ ਦਾ ਗਲ ਵੱਢ ਕੇ ਮਾਸ ਨਾਲ ਆਪ ਰੋਟੀ ਖਾਵਾਂ ਅਤੇ ਨਾ ਹੀ ਆਪਣਾ ਗਲਾ ਕਟਵਾਵਾਂ ਤੇ ਲੋਕਾਂ ਨੂੰ ਮਾਸ ਖੁਆਵਾਂ। ਕਬੀਰ ਗੁਰ ਲਾਗਾ ਤਬ ਜਾਨੀਐ, ਮਿਟੈ ਮੋਹ ਤਨ ਤਾਪ। ਹਰਖ ਸੋਗ ਦਾਜੈ ਨਹੀਂ, ਤਬ ਹਰ ਆਪੇ ਆਪ। ਕਬੀਰ ਜੀ ਕਹਿੰਦੇ ਹਨ, ਗੁਰੂ ਦਾ ਉਪਦੇਸ਼ ਤਦ ਹੀ ਹਿਰਦੇ ਨੂੰ ਲੱਗਾ ਜਾਣਨਾ ਚਾਹੀਦਾ ਹੈ ਜਦੋਂ ਸਰੀਰ ਦੇ ਦੁੱਖ ਕਲੇਸ਼ ਮਿਟ ਜਾਣ। ਗੁਰੂ ਉਪਦੇਸ਼ ਦੇ ਅਸਰ ਕਰਕੇ ਜਦ ਖੁਸ਼ੀ ਤੇ ਗਮੀ ਸਾੜਨ ਦੀ ਚਿੰਤਾ ਨਾ ਕਰਨਾ, ਤਦ ਪਰਮਾਤਮਾ ਉਸ ਹਿਰਦੇ ਵਿੱਚ ਆਪ ਹੁੰਦਾ ਹੈ। ਕਬੀਰ ਰਾਮ ਕਹਿਨ ਮੈਂ ਭੇਦ ਹੈ, ਤਾਂ ਮੈਂ ਏਕ ਵਿਚਾਰ। ਸੋਈ ਰਾਮ ਸਭੈ ਕਹੇ, ਸੋਈ ਕਉਤਕ ਹਾਰ। ਕਬੀਰ ਜੀ ਕਹਿੰਦੇ ਹਨ, ਰਾਮ ਕਹਿਣ ਵਿੱਚ ਫਰਕ ਹੈ। ਉਸ ਵਿੱਚ ਇੱਕ ਸਮਝਣ ਯੋਗ ਗੱਲ ਹੈ। ਉਹੀ ਰਾਮ ਜੋ ਸਰਵ ਵਿਆਪਕ ਹੈ, ਉਸ ਨੂੰ ਸਾਰੇ ਕਹਿੰਦੇ ਹਨ। ਉਹੀ ਰਾਮ ਜੋ ਦਸ਼ਰਥ ਦਾ ਪੁੱਤਰ ਹੈ, ਰਾਵਣ ਨਾਲ ਯੁੱਧ ਕਰਕੇ ਕੋਤਕ ਕਰਨ ਵਾਲਾ ਹੈ। ਕਬੀਰ ਰਾਮ ਮੈਂ ਰਾਮ ਕਹੋ, ਕਹਿਬੇ ਮਾਹੀ ਵਿਵੇਕ। ਏਕ ਅਨੇਕੈ ਮਿਲ ਗਿਆ, ਏਕ ਸਮਾਨਾ ਏਕ। ਏ ਕਬੀਰ, ਤੂੰ ਰਾਮ ਹੀ ਰਾਮ ਕਹੋ, ਸਦਾ ਹੀ ਰਾਮ ਦਾ ਸਿਮਰਨ ਕਰ। ਪਰ ਰਾਮ ਕਹਿਣ ਵਿੱਚ ਇੱਕ ਵਿਚਾਰ ਹੈ। ਇੱਕ ਰਾਮ ਉਹ ਹੈ ਜਿਹੜਾ ਅਨੇਕਾਂ ਜੀਵਾਂ ਵਿੱਚ ਸਮਾ ਰਿਹਾ ਹੈ। ਇੱਕ ਰਾਮ ਉਹ ਹੈ ਜਿਹੜਾ ਸਰੀਰ ਵਿੱਚ ਹੀ ਸਮਾਇਆ ਸੀ। ਕਬੀਰ ਜਾ ਘਰ ਸਾਧ ਨਾ ਸੇਵੀਐ, ਹਰ ਕੀ ਸੇਵਾ ਨਾਹੀ। ਤੇ ਘਰ ਮਰ ਹਟ ਸਾਰਖੇ, ਭੂਤ ਬਸੇ ਤਿਨ ਮਾਹੀ। ਕਬੀਰ ਜੀ ਕਹਿੰਦੇ ਹਨ, ਜਿਸ ਘਰ ਵਿੱਚ ਸੰਤਾਂ ਦੀ ਸੇਵਾ ਨਹੀਂ ਹੁੰਦੀ ਅਤੇ ਪਰਮਾਤਮਾ ਦੀ ਭਗਤੀ ਨਹੀਂ ਕੀਤੀ ਜਾਂਦੀ, ਉਹ ਘਰ ਮਸਾਣਾ ਵਰਗੇ ਹਨ। ਉਹਨਾਂ ਘਰਾਂ ਵਿੱਚ ਭੂਤਨੇ ਵਸਦੇ ਹਨ। ਕਬੀਰ ਗੂੰਗਾ ਹੁਆ ਬਾਵਰਾ, ਬਹਿਰਾ ਹੁਆ ਕਾਨ। ਪਾਹੋਂ ਤੇ ਪਿੰਗਲ ਭਇਆ, ਮਾਰਿਆ ਸਤਿਗੁਰੂ ਬਾਣ। ਕਬੀਰ ਜੀ ਕਹਿੰਦੇ ਹਨ, ਜਿਸ ਨੂੰ ਸਤਿਗੁਰੂ ਜੀ ਨੇ ਆਪਣੇ ਸ਼ਬਦ ਦਾ ਬਾਣ ਮਾਰਿਆ, ਉਹ ਜ਼ਬਾਨ ਤੋਂ ਗੂੰਗਾ ਤੇ ਕਮਲਾ ਹੋ ਜਾਂਦਾ ਹੈ, ਕੰਨਾਂ ਤੋਂ ਬੋਲਾ ਹੋ ਜਾਂਦਾ ਹੈ, ਪੈਰਾਂ ਤੋਂ ਪਿੰਗਲਾ ਹੋ ਜਾਂਦਾ ਹੈ। ਅਰਥਾਤ ਜਿਸ ਦੇ ਹਿਰਦੇ ਵਿੱਚ ਗੁਰੂ ਦਾ ਉਪਦੇਸ਼ ਨਿਸ਼ਚੈ ਹੋ ਜਾਂਦਾ ਹੈ, ਉਹ ਜ਼ਬਾਨ ਨਾਲ
ਕਿਸੇ ਨੂੰ ਕੋਈ ਬੁਰਾ ਸ਼ਬਦ ਨਹੀਂ ਬੋਲਦਾ, ਕੰਨਾਂ ਨਾਲ ਕਿਸੇ ਦੀ ਨਿੰਦਿਆ ਨਹੀਂ ਸੁਣਦਾ ਅਤੇ ਪੈਰਾਂ ਨਾਲ ਤੁਰ ਕੇ ਕਿਸੇ ਮਾੜੇ ਕਰਮ ਵਾਸਤੇ ਨਹੀਂ ਜਾਂਦਾ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਭੋਏ ਗਿਰ ਪਰਿਆ ਪਰਾ ਕਰੇ ਜੇ ਛੇਕ। ਕਬੀਰ ਜੀ ਕਹਿੰਦੇ ਹਨ, ਪੂਰੇ ਸਤਿਗੁਰੂ ਨੇ ਜਿਸ ਨੂੰ ਆਪਣੇ ਉਪਦੇਸ਼ ਦਾ ਇੱਕ ਬਾਣ ਮਾਰਿਆ, ਉਸ ਬਾਣ ਦੇ ਲੱਗਦਿਆਂ ਹੀ ਉਹ ਆਦਮੀ ਧਰਤੀ ਤੇ ਡਿੱਗ ਪਿਆ ਅਤੇ ਉਸ ਦੇ ਕਲੇਜੇ ਵਿੱਚ ਇੱਕ ਛੇਕ ਪੈ ਗਿਆ। ਅਰਥਾਤ ਗੁਰੂ ਸ਼ਬਦ ਦੇ ਤੀਰ ਨਾਲ ਨਿਰੰਕਾਰ ਹੋ ਜਾਂਦਾ ਹੈ ਅਤੇ ਉਸ ਦਾ ਹਿਰਦਾ ਪ੍ਰਭੂ ਪ੍ਰੇਮ ਨਾਲ ਵਿੰਨ੍ਹਿਆ ਜਾਂਦਾ ਹੈ। ਕਬੀਰ ਨਿਰਮਲ ਬੂੰਦ ਆਕਾਸ਼ ਕੀ, ਪਰ ਗਈ ਭੂਮ ਬਿਕਾਰ, ਬਿਨ ਸੰਗਤ ਇਉ ਮਾਨਈ, ਹੋਏ ਗਈ ਭਟ ਛਾਰ। ਕਬੀਰ ਜੀ ਕਹਿੰਦੇ ਹਨ, ਮੀਂਹ ਸਮੇਂ ਆਕਾਸ਼ ਤੋਂ ਨਿਰਮਲ ਬੂੰਦ ਡਿੱਗ ਕੇ ਬੇਕਾਰ ਹੀ ਧਰਤੀ ਵਿੱਚ ਡਿੱਗ ਪਈ, ਉਹ ਕਿਸੇ ਕੰਮ ਨਾ ਆਈ। ਇਸ ਤਰ੍ਹਾਂ ਹੀ ਸੰਗਤ ਤੋਂ ਬਿਨਾਂ ਸਮਝੋ ਕਿ ਜਿਸ ਤਰ੍ਹਾਂ ਭੱਠ ਵਿੱਚ ਪੈ ਕੇ ਵਸਤੂ ਸੜ ਕੇ ਸੁਆਹ ਹੋ ਜਾਂਦੀ ਹੈ, ਇਸ ਤਰ੍ਹਾਂ ਸੰਗਤਹੀਨ ਪੁਰਸ਼ ਕੁਸੰਗਤ ਦੀ ਭੱਠੀ ਵਿੱਚ ਪੈ ਕੇ ਨਸ਼ਟ ਹੋ ਜਾਂਦਾ ਹੈ, ਆਪਣਾ ਜਨਮ ਬਿਰਥਾ ਗਵਾ ਲੈਂਦਾ ਹੈ। ਹੋਈਆਂ ਗਲਤੀਆਂ ਸਾਧ ਸੰਗਤ ਜੀ ਮਾਫ ਕਰਨਾ। ਚੈਨਲ ਪਰਮਾਤਮ ਕੀ ਮੌਜ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਤੇ ਸ਼ੇਅਰ ਕਰੋ। ਗੁਰਬਾਣੀ ਨਾਲ ਜੁੜੋ, ਗੁਰੂ ਦੀ ਉਪਮਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।